बिन बूझे बिरथा आया, बिन बूझे बिरथा आया। मानुख बिन बूझे बिरथा आया, बिन बूझे बिरथा आया। मानुख बिन बूझे बिरथा आया, बिरथा आया। मानुख बिन बूझे, मानुख बिन बूझे, मानुख बिन बूझे बिरथा आया, बिरथा आया, बिरथा आया। गुरु रूप साध संगत जीओ, सतगुਰਾਂ ਦੀ ਪਾਵਨ ਗੁਰਬਾਣੀ ਦੇ ਅੰਗ ਹਨ 712। 712 7 1 2 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਹੈ, ਜੋ ਸਾਡੀ ਗੁਰੂ ਹੈ। ਜੋ ਕੁਝ ਬੰਦਾ ਸਿੱਖਦਾ ਹੈ, ਸਮਝਦਾ ਹੈ, ਉਹ ਆਪਣੇ ਗੁਰੂ ਦੇ ਕੋਲੋਂ ਹੀ ਸਾਰੀ ਸਿੱਖਿਆ ਮਿਲਦੀ ਹੈ। ਬਿਨਾਂ ਗੁਰੂ ਤੋਂ ਦੁਨੀਆ ਤੇ ਕਿੰਨਾ ਕੁਝ ਹੈ। ਹਰ ਕੰਮ ਸਿੱਖਣ ਵਾਸਤੇ ਗੁਰੂ ਦੀ ਲੋੜ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਆ ਜਿਹੜੀ ਜ਼ਿੰਦਗੀ ਮਿਲੀ ਹੈ, ਮਾਨਸ ਜਨਮ, ਮਨੁੱਖਾ ਜਨਮ, ਇਹਨੂੰ ਸਮਝ ਨਹੀਂ ਰਿਹਾ ਬੰਦਾ। ਮਨੁੱਖ ਇਸ ਨੂੰ ਸਮਝ ਨਹੀਂ ਰਿਹਾ ਇਹ ਜੀਵਨ ਕੀ ਹੈ। ਅੰਗ ਹੈ 712, ਟੋਡੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਦੇਖੋ ਮਾਨੁਖ, ਆ ਜਿਹੜਾ ਮਾਨਸ ਹੈ, ਬੰਦਾ ਹੈ, ਆ ਜਿਹੜੀ ਹਿਊਮਨ ਬੋਡੀ ਹੈ, ਬਿਨ ਬੂਝੇ ਸਮਝਣ ਤੋਂ ਬਗੈਰ ਕਿਉਂ ਆਏ ਹਾਂ, ਕਿਸ ਕਰਕੇ ਆਏ ਹਾਂ। ਮਾਤਾ ਪਿਤਾ ਤੋਂ ਜਨਮ ਮਿਲਿਆ ਹੈ, ਫਿਰ 4 ਦਿਨਾਂ ਦੀ ਜ਼ਿੰਦਗੀ ਮਿਲੀ ਹੈ, 100 ਕੁ ਸਾਲ ਦੀ, ਥੋੜ੍ਹੀ ਵੱਧ ਘੱਟ ਵੀ ਹੋ ਸਕਦੀ ਹੈ। ਇੰਨਾ ਸਮਾਂ ਬਿਤਾ ਕੇ ਵੀ, ਬਤੀਤ ਕਰਕੇ ਵੀ, ਇੰਨਾ ਸਮਾਂ ਲੰਘਾ ਕੇ ਵੀ ਸਮਝ ਨਹੀਂ ਆਉਂਦੀ ਬੰਦੇ ਨੂੰ ਇਹ ਜੀਵਨ ਕੀ ਹੈ, ਇਹ ਮਾਨਸ ਜਨਮ ਕੀ ਹੈ, ਇਹ ਮਨੁੱਖੀ ਚੋਲਾ ਕੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਆਇਆ ਚਲਾ ਗਿਆ, ਪਰ ਸਮਝ ਹੀ ਨਾ ਪਈ ਇਸ ਗੱਲ ਦੀ ਮੈਂ ਕਿਉਂ ਆਇਆ ਸੀ। ਮੈਨੂੰ ਵਾਹਿਗੁਰੂ ਜੀ ਨੇ ਕਿਉਂ ਭੇਜਿਆ ਸੀ। ਦੁਨੀਆ ਦੇ ਸੁਪਨੇ ਨਾਲ ਹੀ
ਲਪੇਟਿਆ ਰਿਹਾ, ਚੰਬੜਿਆ ਰਿਹਾ, ਦੁਨੀਆ ਨਾਲ ਹੀ ਚੰਬੜਿਆ ਰਿਹਾ, ਸਮਝ ਨਾ ਸਕਿਆ। ਤੇ ਦੁਨੀਆ ਤੇ ਆਉਣਾ ਵਿਅਰਥ ਹੋ ਗਿਆ। ਆਇਆ ਪਰ ਕਿਸੇ ਕੰਮ ਨਾ ਆਇਆ। ਖਾਲੀ ਆਇਆ, ਕਿਉਂਕਿ ਜਦੋਂ ਜਨਮ ਲਿਆ ਹੈ ਉਦੋਂ ਖਾਲੀ ਸੀ, ਕੱਪੜੇ ਵੀ ਤਨ ਤੇ ਨਹੀਂ ਸਨ, ਬਿਨਾਂ ਕੱਪੜਿਆਂ ਤੋਂ ਆਇਆ ਸੀ ਤੇ ਜਾਣ ਲੱਗਿਆਂ ਵੀ ਕੱਪੜਾ ਕੋਲ ਕੋਈ ਨਾ ਹੋਵੇਗਾ। ਉਦਾਸ ਨਾ ਹੋਇਆ ਕਰੋ, ਕਿਉਂਕਿ ਜਦ ਤੱਕ ਪ੍ਰੋਪਰ ਸਤਿਗੁਰਾਂ ਦੇ ਹੁਕਮ ਨੂੰ ਇਹ ਮਨ ਨਹੀਂ ਸਮਝਦਾ, ਉਦੋਂ ਤੱਕ ਗੁਰਬਾਣੀ ਨਾਲ ਮਨ ਨਹੀਂ ਜੁੜਦਾ। ਇਹ ਮਨ ਦੁਨੀਆ ਨਾਲ ਜੁੜਿਆ ਹੋਇਆ ਕਰਕੇ ਜਦੋਂ ਸਤਿਗੁਰੂ ਜੀ ਸਮਝਾਉਂਦੇ ਹਨ, ਸਾਈਡ ਕਰ ਜਾਂਦਾ ਹੈ, ਪਾਸਾ ਕਰ ਜਾਂਦਾ ਹੈ। ਨਾਂਗੇ ਆਮਨ ਨਾਂਗੇ ਜਾਨਾ, ਕਿੰਨੇ ਵੀ ਕੱਪੜੇ ਕੋਲ ਹੋਣ ਸਭ ਇੱਥੇ ਰਹਿ ਜਾਣੇ ਹਨ। ਉਦਾਸ ਨਾ ਹੋਇਆ ਕਰੋ। ਪਹਿਨੋ ਪਰ ਪਹਿਨਣ ਲੱਗਿਆਂ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲਿਆਂ ਜ਼ਮਾਨਿਆਂ ਦੇ ਵਿੱਚ ਮਾਂ ਪਿਓ ਕੋਈ ਕੱਪੜਾ ਵਿਸਾਖੀ ਤੇ ਜਾਂ ਦਿਨ ਦਿਹਾੜ ਤੇ ਸੁਆ ਕੇ ਦਿੰਦੇ ਸਨ ਤੇ ਮਾਂ ਪਿਓ ਕਹਿੰਦੇ ਸਨ, ਪੁੱਤਰ ਪਹਿਲਾਂ ਮਹਾਰਾਜ ਦੇ ਚਰਨਾਂ ਨੂੰ ਛੁਆ ਕੇ ਆ, ਫਿਰ ਗੱਲ ਪਾਵੀਂ। ਐਸਾ ਸਮਾਂ ਸੀ ਪਹਿਲੇ। ਤੇ ਦੁੱਖ ਫਿਰ ਕਿੱਥੋਂ ਆਉਣੇ ਸਨ? ਹਰ ਚੀਜ਼ ਮਾਲਿਕ ਨਾਲ, ਵਾਹਿਗੁਰੂ ਜੀ ਨਾਲ ਜੁੜੀ ਹੋਈ ਸੀ। ਦੂਜੀ ਲਾਈਨ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ, ਅਨਕ ਸਾਜ ਸਿੰਗਾਰ ਬਹੁ ਕਰਤਾ। ਇਸ ਦੇਹ ਨੂੰ ਸ਼ਿੰਗਾਰਦਾ ਹੈ ਤਾਂ ਮਿੱਟੀ ਦੀ ਢੇਰੀ ਇਹਨੂੰ ਸ਼ਿੰਗਾਰਦਾ ਹੈ। ਅਨਕ ਸਾਜ, ਅਨਕ ਦਾ ਭਾਵ ਬਹੁਤ ਸ਼ਿੰਗਾਰ ਕਰਦਾ ਹੈ, ਸੋਹਣਾ ਬਣ ਜਾਂਦਾ ਹੈ ਸ਼ਿੰਗਾਰ ਕਰਕੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ 712 ਅੰਗ ਤੇ ਮੁੱਖ ਵਾਕ ਹੈ, ਪੜ੍ਹਿਆ ਕਰੋ। ਜੇ ਗੁਰੂ ਮਹਾਰਾਜ ਜੀ ਦੀ ਗੱਲ ਦੀ, ਮਾਨਸ ਜਨਮ ਦੀ ਇਹਨੂੰ ਸਮਝ ਪੈ ਜਾਵੇ ਤਾਂ ਇਹਨੂੰ ਪਤਾ ਲੱਗ ਜਾਵੇ ਕਿ ਮੈਂ ਤੇ ਮਿੱਟੀ ਦੀ ਢੇਰੀ ਹਾਂ, ਮੈਂ ਤੇ ਮ੍ਰਿਤਕ ਹਾਂ। ਆ ਜੀਵਨ ਤੇ ਮੇਰਾ 4 ਦਿਨਾਂ ਦਾ ਹੈ, 100 ਕੁ ਸਾਲ ਦਾ ਹੈ, ਥੋੜਾ ਘੱਟ ਵੱਧ ਵੀ ਹੋ ਸਕਦਾ ਹੈ, ਕਿਉਂਕਿ ਅਸਲ ਤੇ ਮਾਲਿਕ ਜਾਣਦੇ ਹਨ ਕਿੰਨੀ ਕਿੰਨੀ ਜ਼ਿੰਦਗੀ ਕਿਸੇ ਨੂੰ ਦਿੱਤੀ ਹੈ। ਅਨਕ ਸਾਜ ਸਿੰਗਾਰ ਬਹੁ ਕਰਤਾ। ਕਈ ਵਾਰੀ ਸ਼ਬਦ ਥੋੜੇ ਉਦਾਸੀ ਵਾਲੇ ਹੁੰਦੇ ਹਨ, ਉਦਾਸ ਨਾ ਹੋਇਆ ਕਰੋ, ਕਿਉਂਕਿ ਸੱਚ ਜਿਹੜਾ ਹੈ ਉਹ ਸਮਝਣਾ ਸੁਣਨਾ ਬੜਾ ਔਖਾ ਹੈ। ਕਦੀ ਵੀ ਸੱਚ ਬੋਲੋ, ਝੂਠ ਨੂੰ ਅੱਗ ਲੱਗ ਜਾਂਦੀ ਹੈ। ਸਤਿਗੁਰਾਂ ਦੇ ਹੁਕਮ ਹਨ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਝੂਠ ਮੱਚ ਪੈਂਦਾ ਹੈ ਜਿਵੇਂ ਅੱਗ ਮੱਚ ਪੈਂਦੀ ਹੈ। ਪਰ ਕੀ ਕਰੀਏ, ਗੁਰਬਾਣੀ ਸੱਚ ਫਰਮਾਉਂਦੀ ਹੈ, ਸੱਚੀ ਹੈ। ਗਾਵੋ ਸੱਚੀ ਬਾਣੀ, ਗਾਵੋ ਸੱਚੀ ਬਾਣੀ। ਸਤਿਗੁਰੂ ਜੀ ਫਰਮਾਉਂਦੇ ਹਨ, ਸੱਚੀ ਬਾਣੀ ਨੂੰ ਗਾਓ, ਮਾਨਸ ਜਨਮ ਦੀ ਸਮਝ ਪੈ ਜਾਵੇਗੀ। ਅਨਕ ਸਾਜ ਸਿੰਗਾਰ ਬਹੁ ਕਰਤਾ,
बड़े बंदा श्रृंगार करता है। कई बारी वाहिगुरु जी की बनाई हुई बॉडी नूं, देह नूं, रोमां नूं साबत सूरत नूं भन्न देंदा है, विगाड़ देंदा है। पर मन समझदा है मैं बड़ा सुंदर हाँ, मैं बड़ा सोहना लग रहा हाँ। साबत सूरत रब दी पन्ने बेईमान। साबत सूरत मालिक ने मां दी कुख विच साबत सूरत बनाई, सोहने केस बनाए, बड़ा कुछ सजाया, बड़ा सोहना श्रृंगार मालिक ने कर दिता, वाहिगुरु ने कर दिता। जे कोई कपड़ा भी किसी वेले लै जावे तां भी मालिक ने पड़दे बना दिते केसां दे। भुल भुलेखे किते बस्तर लै जावे तां भी मालिक ने कजिया होया है केसां दे नाल। अनक साज सिंगार बहु करता, उस श्रृंगार विच मालिक दी बनाई हुई सूरत नूं भन्न दिंदा है। साबत सूरत रब दी भन्ने बेईमान। भाई गुरदास जी। जे गुरु महाराज जी दी पावन गुरबाणी नूं सुने तां फिर इनू पता है मैं तां मृतक हाँ, 4 दिनां दा मेरा मेला है। ज्यों मृतक उड़ाया जिवें मृतक नूं कपड़े उड़ाया दा भाव पहनाए हुंदे हन, पर उस मृतक शरीर नूं, देह नूं, तन नूं, बॉडी नूं उहदा कोई लाभ नहीं। क्यों विच जान है नहीं, जिंद है नहीं। धन गुरु अर्जन देव महाराज जी 712 अंग है। 7 1 2 धन 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 गुरु ग्रंथ साहिब सच्चे पातशाह महाराज जी की पवित्र गुरबाणी का टोडी महला 5वां। क्योंकि मृतक नूं तां कोई लाभ ही नहीं हुंदा। जे मृतक को चंदन चढ़ावे, उसते कहो कवन फल पावे। जे मृतक को बिस्टा माहे रुलाई, तां मृतक का क्या घट जाई। भावें चंदन दी चिखाते संस्कार कर दिओ, मिट्टी नूं की पता। पता ते उन्ना चिर सी जिन्ना चिर विच जिंद सी, जान सी। उहनूं उहदा कोई फल नहीं। जे विस्टा विच भी रोड़ दिओ तां भी उहनूं कोई फर्क नहीं। मालिक दी बनाई हुई सूरत नूं गुरु गोबिंद सिंह सच्चे पातशाह महाराज जी ने पूरा यतन किया है सरबंस वार के भी कि मालिक दी बनाई हुई सूरत जिहड़ी है वो साबत रवे। नहीं तां दुनिया दे विच भाई साहब जी फरमाउंदे हन, साबत सूरत रब दी भन्ने बेईमान। बेईमान बंदा भन्नदा जा रहा है, तोड़दा जा रहा है। जो मालिक ने बनाया है उहदे उत्ते संतोख नहीं। रहाओ अगों हुण सतगुरु जी फरमाउंदे हन, धाए धाए दौड़ दौड़ के
ਕਿਰਪਨ ਸ਼ਰਮ ਕੀਨੋ, ਉਦਮ ਕੀਤੇ ਕੋਸ਼ਿਸ਼ਾਂ ਐਫਟ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਸਾਰੀ ਸਾਰੀ ਰਾਤ ਜਾਗ ਕੇ ਕੰਮਕਾਰ ਕੀਤੇ, ਮਿਹਨਤਾਂ ਕੀਤੀਆਂ, ਮੈਂ ਮਾਇਆ ਇਕੱਠੀ ਕਰ ਲਵਾਂ, ਇਕੱਤਰ ਕਰ ਲਵਾਂ। ਕੰਜੂਸਪੁਣਾ ਵੀ ਕੀਤਾ, ਕੌਡੀ ਵੀ ਕਿਤੇ ਖਰਚਣ ਦੀ ਹਿੰਮਤ ਨਾ ਕੀਤੀ। ਜੋੜ ਲਵਾਂ, ਜੋੜ ਲਵਾਂ, ਜੋੜ ਲਵਾਂ, ਜੋੜ ਲਵਾਂ। ਤਾਏ ਤਾਏ ਦੌੜ ਦੌੜ ਕੇ ਕਿਰਪਨ ਜਿਹੜਾ ਸ਼ੋਮ ਹੁੰਦਾ ਹੈ, ਬੰਦਾ ਵੀ ਸ਼ੋਮ ਹੈ ਕਈ ਵਾਰੀ, ਚਮੜੀ ਚਲੀ ਜਾਵੇ ਤੇ ਚਲੀ ਜਾਵੇ ਪਰ ਦੰਬੜੀ ਨਾ ਜਾਵੇ, ਇਹੋ ਜਿਹਾ ਵੀ ਸੁਭਾਅ ਹੁੰਦਾ ਹੈ ਬੰਦੇ ਦਾ। ਕਿਰਪਨ ਸ਼ਰਮ ਕੀਨੋ, ਬੜੇ ਉਦਮ ਕੀਤੇ, ਇਕੱਤਰ ਕਰੀ ਹੈ ਮਾਇਆ। ਦਾਸ ਖਿਮਾ ਮੰਗਦਾ ਹੈ। ਤਾਏ ਤਾਏ ਕਿਰਪਨ ਸ਼ਰਮ ਕੀਨੋ, ਪੂਰੀ ਦੁਨੀਆ ਦੀ ਹਾਲਤ ਹੈ। ਜੋ ਦੁਨੀਆ ਵਿੱਚ ਸਤਿਗੁਰਾਂ ਨੇ ਦੇਖਿਆ ਹੈ, ਉਹਨਾਂ ਨੇ ਪਵਿੱਤਰ ਗੁਰਬਾਣੀ ਵਿੱਚ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰ ਦਿੱਤਾ ਹੈ, ਲਿਖ ਦਿੱਤਾ ਹੈ। ਇਕੱਤਰ ਕਰੀ ਹੈ ਮਾਇਆ। ਦੇਹ ਦੀ ਸ਼ਕਲ ਬਦਲ ਗਈ, ਕੇਸ ਕਾਲਿਆਂ ਤੋਂ ਚਿੱਟੇ ਆ ਗਏ, ਅੰਬਰ ਕੂੰਜਾਂ ਕੁਰਲੀਆਂ ਬੱਗ ਬਹਿਠੇ ਆਏ, ਪਰ ਦੌੜ ਲੱਗੀ ਰਹੀ, ਮੈਂ ਮਾਇਆ ਇਕੱਠੀ ਕਰ ਲਵਾਂ। ਮਾਇਆ ਦੇ ਕਈ ਰੂਪ ਹਨ, ਧਨ ਦੌਲਤਾਂ, ਜ਼ਮੀਨਾਂ, ਜਾਇਦਾਦਾਂ, ਸੋਨਾ ਚਾਂਦੀ, ਬੜੇ ਰੂਪ ਹਨ ਮਾਇਆ ਦੇ। ਸਤਿਗੁਰੂ ਜੀ ਫਰਮਾਉਂਦੇ ਹਨ, ਇੱਥੋਂ ਤੱਕ ਗੁਰੂ ਘਰ ਵਾਸਤੇ ਵੀ ਕਦੀ ਦਾਨ ਪੁੰਨ ਨਹੀਂ ਬੰਦਾ ਕਰਦਾ। ਦਾਨ ਪੁੰਨ ਨਹੀਂ, ਦਾਨ ਪੁੰਨ ਨਹੀਂ, ਦਾਨ ਪੁੰਨ ਨਹੀਂ ਸੰਤਨ ਸੇਵਾ। ਵਾਹਿਗੁਰੂ। ਦਾਨ ਪੁੰਨ ਨਹੀਂ ਸੰਤਨ ਸੇਵਾ। ਕਦੀ ਆਪਣੀ ਕਮਾਈ ਵਿੱਚੋਂ ਦਾਨ ਵੀ ਨਹੀਂ ਕਰਦਾ ਬੰਦਾ। ਨਾਮ ਦਾਨ ਇਸਨਾਨ ਨਾ ਕੀਓ, ਇੱਕ ਨਿਮਖ ਨਾ ਕੀਰਤ ਗਾਇਓ। ਨਾਨਾ ਝੂਠ ਲਾਏ ਮਨ ਤੋਖਿਓ, ਨਹਿ ਬੂਝਿਓ ਅਪਨਾਇਓ। ਆਪਣੇ ਆਪ ਨੂੰ ਨਹੀਂ ਪਛਾਣਦਾ ਮੈਂ ਮਾਨਸ ਹਾਂ। ਸਤਿਗੁਰੂ ਜੀ ਫਰਮਾਉਂਦੇ ਹਨ, ਪੰਜਵੇਂ ਪਾਤਸ਼ਾਹ, ਦਾਨ ਪੁੰਨ ਨਹੀਂ ਸੰਤਨ ਸੇਵਾ। ਦਾਨ ਪੁੰਨ ਨਹੀਂ ਸੰਤਨ ਸੇਵਾ। ਆਸ ਰੱਖਦਾ ਹੈ ਮੈਨੂੰ ਸੁੱਖ ਦੇਵੇਗੀ, ਮੈਨੂੰ ਸੁੱਖ ਦੇਵੇਗੀ, ਔਖੇ ਵੇਲੇ ਕੰਮ ਆਏਗੀ, ਪਰ ਕੰਮ ਆਉਂਦੀ ਨਹੀਂ। ਜਾਣ ਲੱਗਿਆਂ ਵੀ ਸਾਥ ਛੱਡ ਦਿੰਦੀ ਹੈ। ਕਿਤਹੀ ਕਾਜ ਨ ਆਇਆ। ਬੰਦਿਆ ਤੇਰਾ ਜੋੜਿਆ ਹੋਇਆ ਕੰਮ ਤੇ ਕਿਸੇ ਆਇਆ ਨਹੀਂ। ਸਮਝਾਉਂਦੇ ਹਨ, ਕਿਰਤ ਕਮਾਈ ਵਿੱਚੋਂ ਗੁਰੂ ਘਰ ਵਾਸਤੇ ਦਾਨ ਵੀ ਕਰੋ। ਗਰੀਬ ਗੁਰਬੇ ਦੇ ਮੁਖ ਵਿੱਚ ਕੋਈ ਪ੍ਰਸ਼ਾਦੇ ਦਾ ਟੁਕੜਾ ਕਿਸੇ ਭੁੱਖੇ ਦੇ ਮੂੰਹ ਵਿੱਚ ਪੈ ਜਾਵੇ, ਦਾਨ ਵੀ ਕਰੋ, ਪੁੰਨ ਵੀ ਕਰੋ। ਪੁੰਨ ਦਾਨ ਜੋ ਬੀਜਦੇ, ਜਿਹੜੇ ਜਿਹੜੇ ਬੀਜਦੇ ਹਨ ਬੀਜ ਪੁੰਨ ਦਾ ਦਾਨ ਦਾ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ।
ਉਹ ਧਰਮਰਾਜ ਦੇ ਕੋਲ ਚਲਾ ਜਾਂਦਾ ਹੈ। ਇਹਨੇ ਪੁੰਨ ਕੀਤੇ ਹਨ। ਇਹ ਸੱਚੇ ਧਰਮ ਦੇ ਨਾਲ ਜੁੜਿਆ ਰਿਹਾ ਹੈ। ਸੱਚਾ ਧਰਮ ਪੁੰਨ ਭਲਾ ਕਰਾਏ, ਇਹ ਨਿਸ਼ਾਨੀ ਹੈ ਸੱਚੇ ਧਰਮ ਦੀ। ਸੱਚਾ ਧਰਮ ਪੁੰਨ ਵੱਲ ਜੋੜਦਾ ਹੈ, ਭਲੇ ਵੱਲ ਜੋੜਦਾ ਹੈ। ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨ ਆਇਆ। ਬਿਨ ਬੂਝੇ ਬਿਰਥਾ ਆਇਆ, ਮਾਨੁਖ ਬਿਨ ਬੂਝੇ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਬਿਰਥਾ ਆਇਆ, ਬਿਰਥਾ ਆਇਆ। ਹੁਣ ਅੱਗੋਂ ਸਤਿਗੁਰੂ ਜੀ ਜਿਵੇਂ ਇਸਤਰੀ ਹੁੰਦੀ ਹੈ, ਕਾਮਣ ਹੁੰਦੀ ਹੈ, ਉਹਦੀ ਐਗਜ਼ੈਂਪਲ ਲੈ ਕੇ ਸਤਿਗੁਰੂ ਜੀ ਫਰਮਾ ਰਹੇ ਹਨ। ਕਰ ਆਭਰਣ ਸਵਾਰੀ ਸੇਜਾ। ਕਰ ਆਭਰਣ, ਆਭਰਣ ਕਹਿੰਦੇ ਨੇ ਆ ਜਿਹੜਾ ਸੋਨਾ ਵਗੈਰਾ ਗਲ ਵਿੱਚ, ਕੰਨਾਂ ਵਿੱਚ, ਹੱਥਾਂ ਵਿੱਚ ਪਾਇਆ ਹੁੰਦਾ ਹੈ। ਕਾਮਣ ਇਸਤਰੀ ਜਿਹੜੀ ਹੈ ਸੋਨੇ ਨਾਲ ਆਪਣੇ ਆਪ ਨੂੰ ਭਰ ਲੈਂਦੀ ਹੈ। ਕਰ ਆਭਰਣ ਸਵਾਰੀ ਸੇਜਾ, ਇੱਥੇ ਦਾਸ ਬਹੁਤਾ ਖੁੱਲ੍ਹ ਕੇ ਅਰਥ ਨਹੀਂ ਕਰ ਸਕਦਾ, ਆਪ ਹੀ ਜਾਣ ਲੈਣੇ। ਕਰ ਆਭਰਣ, ਇਹ ਯਾਦ ਰੱਖਣਾ, ਆਭਰਣ ਸੋਨੇ ਨੂੰ ਆਖਦੇ ਹਨ, ਜਿਹੜੇ ਸੋਨੇ ਦੇ ਗਹਿਣੇ ਬਣੇ ਹੋਏ ਘਰ ਵਿੱਚ ਰੱਖੇ ਹੁੰਦੇ ਹਨ ਇਸਤਰੀ ਨੇ। ਸਵਾਰੀ ਸੇਜਾ, ਕਰ ਆਭਰਣ ਸਵਾਰੀ ਸੇਜਾ। ਕਾਮਨ ਥਾਟ ਬਨਾਇਆ, ਕਾਮਨ ਥਾਟ ਬਨਾਇਆ, 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 ਬਨਾਇਆ। ਸੇਜ ਸਜਾਈ, ਕਾਮਣ ਨੇ ਥਾਟ ਬਣਾਇਆ, ਬਣਤਰ ਬਣਾਈ। ਬੜਾ ਆਡੰਬਰ ਕਰਦੀ ਹੈ ਆਪਣੇ ਪਤੀ ਵਾਸਤੇ। ਤੇ ਆ ਜਿਹੜੀ ਰੂਹ ਹੈ ਇਹਦੇ ਪਤੀ ਹਨ ਅਕਾਲ ਪੁਰਖ ਵਾਹਿਗੁਰੂ ਜੀ। ਟਰੂ ਹਸਬੈਂਡ ਪਰਮੇਸ਼ਰ ਜੀ, ਅਕਾਲ ਪੁਰਖ ਵਾਹਿਗੁਰੂ ਜੀ। ਜੇ ਪਤੀ ਦਾ ਸਾਥ ਨਾ ਮਿਲੇ ਤਾਂ ਉਹ ਸਾਰੀ ਬਣਤਰ ਜਿਹੜੀ ਹੈ ਗਹਿਣਿਆਂ ਦੀ, ਜੋ ਕੁਝ ਵੀ ਹੈ, ਐਵੇਂ ਸਾਰੀ ਬਿਰਥੀ ਚਲੇ ਜਾਂਦੀ ਹੈ। ਤਿਵੇਂ ਜਿੰਨਾ ਵੀ ਇਸ ਸਰੀਰ ਤੇ ਆਭਰਣ ਕੀਤਾ ਹੋਵੇ, ਜੇ ਮਾਲਕ ਨਹੀਂ ਮਿਲੇ, ਵਾਹਿਗੁਰੂ ਨਹੀਂ ਮਿਲੇ, ਪਤੀ ਪਰਮੇਸ਼ਵਰ ਨਹੀਂ ਮਿਲੇ, ਤਾਂ ਉਹਨਾਂ ਨੂੰ ਦੇਖ ਦੇਖ ਕੇ ਸੋਨੇ ਨੂੰ, ਸੇਜ ਨੂੰ, ਜੋ ਥਾਟ ਬਣਾਇਆ ਹੈ, ਬਣਤਰ ਬਣਾਈ ਹੈ, ਸੰਗ ਨਾ ਪਾਇਓ ਆਪਣੇ ਭਰਤੇ। ਭਰਤੇ ਮੈਨੇ ਹਸਬੈਂਡ। ਸੰਗ ਨਾ ਪਾਇਓ, ਸੰਗਤ ਨਾ ਕਰ ਸਕੀ, ਮਿਲਾਪ ਨਾ ਹੋ ਸਕਿਆ ਆਪਣੇ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ। ਪੇਖ ਪੇਖ ਦੁੱਖ ਪਾਇਆ, ਆਪਣੇ ਭਰਤੇ ਤੋਂ ਬਿਨਾਂ, ਪਤੀ ਤੋਂ ਬਿਨਾਂ ਦੇਖ ਦੇਖ ਕੇ ਸਵਾਏ ਦੁੱਖ ਤੋਂ ਕੁਝ ਨਹੀਂ ਲੱਭਦਾ। ਪਤੀ ਦਾ ਮਿਲਾਪ ਜ਼ਰੂਰੀ ਹੈ ਮਾਲਿਕ ਵਾਹਿਗੁਰੂ ਜੀ ਦਾ। ਨਹੀਂ ਤਾਂ ਜਿੰਨਾ ਵੀ ਬੰਦੇ ਨੇ, ਮਾਨਸ ਨੇ ਸ਼ਿੰਗਾਰ ਕੀਤਾ ਹੋਇਆ ਹੈ, ਘਰਾਂ ਦਾ, ਕੱਪੜਿਆਂ ਦਾ, ਸੋਨੇ ਦਾ, ਚਾਂਦੀ ਦਾ, ਕੀਮਤੀ ਕੀਮਤੀ ਬਣਤਰ ਬਣਾਈ ਹੋਈ ਹੈ, ਇਹਨਾਂ ਨੂੰ ਦੇਖ ਦੇਖ ਕੇ ਬੰਦਾ ਦੁਖੀ ਹੁੰਦਾ ਹੈ, ਕਿਉਂਕਿ ਤਨ ਬੁੱਢਾ ਹੋ ਜਾਂਦਾ ਹੈ। ਉਸ ਵੇਲੇ
ਇਹ ਸ਼ਿੰਗਾਰ ਕੰਮ ਨਹੀਂ ਆਉਂਦਾ ਦੁਨੀਆ ਦਾ। ਸਮਝਾਉਂਦੇ ਹਨ ਮਾਲਕ ਨੂੰ, ਆਪਣੇ ਟਰੂ ਹਸਬੈਂਡ ਅਕਾਲ ਪੁਰਖ ਜੀ ਨੂੰ ਯਾਦ ਰੱਖੋ। ਜੇ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਭਰਤਾ ਹੈ, ਪਤੀ ਹੈ, ਪਤਨੀ ਹੈ, ਉਹਨਾਂ ਨੂੰ ਵੀ ਨਾ ਵਿਸਾਰੋ, ਆਪਣੇ ਘਰ ਪਰਿਵਾਰ ਵਿੱਚ ਸੁਖੀ ਰਹੋ। ਜਿਹੜੇ ਵਿਸਾਰ ਦਿੰਦੇ ਹਨ, ਨਾ ਘਰ ਸੁਖੀ ਨਾ ਬਾਹਰ ਸੁਖੀ, ਸਾਰੀ ਦੁਨੀਆ ਦੇ ਪਤੀ ਪਰਮੇਸ਼ਵਰ ਅਕਾਲ ਪੁਰਖ ਜੀ ਹਨ। ਤਾਈਓਂ ਤੇ ਵਿਆਹ ਵੇਲੇ ਪੜੀਦਾ ਹੈ, ਕਹੋ ਨਾਨਕ ਜੀ ਮੈਂ ਵਰ ਘਰ ਪਾਇਆ, ਮੇਰੇ ਲਾਥੇ ਸਗਲ ਵਿਸੂਰੇ। ਸੱਚਾ ਵਰ ਘਰ ਅਕਾਲ ਪੁਰਖ ਵਾਹਿਗੁਰੂ ਜੀ ਹਨ। ਹੁਣ ਅੱਗੋਂ ਸਤਿਗੁਰੂ ਜੀ ਫਰਮਾਉਂਦੇ ਹਨ, ਸਾਰੋ ਦਿਨ ਮਜ਼ਦੂਰੀ ਕਰਤਾ, सारो दिन मजूरी करता। सारा दिन मजूरी करता है, एक लत ते खलोता रहता है, कदी इधर कदी उधर, कदी इधर कदी उधर, सारा दिन भजा रहता है सिर ते टोकरे चुक के। सारो दिन मजूरी करे, हर सिमरन की वेला बज्जर सिर परे। पर जदों नाम जपण दा वेला हुंदा है, उदों कहंदा है मैं थक्का होया काम कर करके। मालिक हुक्म करते हैं, नाम भी जपो, किरत कमाई भी करो, मजूरी भी करो, मेहनत भी करो। खेद भयो बेगारी न्याई, बगानियां दी कार कर करके, काम कर करके। बेगानियां दा काम ते किन्ना कर दिता, पर घर दा काम कोई नहीं कीता, नाम नहीं जपिया। कर के काम न आया, कर के काम न आया, घर कै काम न आया। अवर काज तेरे किते न काम, मिल साध संगत भज केवल नाम। वो तेरा अपना काम है, घड़ी नाम जप लिया कर, साध संगत कर लिया कर। बाकी तो सारा दिन दुनिया का भार चुकना है, भावें पैसे भी चार मिल जान, लेकिन भार तो लोगों का ही बंदा चुकी फिरदा है ना। सतगुरु जी फरमाउंदे हन, जिवें मजूरी करदा है दिल ला के, कि चार पैसे मैनू लभ जाण, ते मैं नाम जपिया कर दिल ला के। मालिक दी दरगाह दे विच ये मेरा मानस जन्म जो मैनू मिलिया है, ये सफला हो जावे। भयो अनुग्रह जाको प्रभ को, भयो अनुग्रह जाको प्रभ को। जिसते अकाल पुरख वाहिगुरु जी की अनुग्रह कृपा हो जावे, वो किरत कमाई भी करता है, मेहनत भी करता है, पर अपने वाहिगुरु जी नूं हिरदे विच दिल विच याद रखता है। तिस हिरदे नाम वसाया, साध संगत कै पाछे परयो। जन नानक हर रस पाया, हर रस पाया, हर रस पाया। बिन बूझे बिरथा आया, मानुख बिन बूझे बिरथाया। वाहिगुरु 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 वाहिगुरु।
ਮਾਨੁਖ ਬਿਨ ਬੂਝੇ ਬਿਰਥਾ ਆਇਆ। ਪਿਆਰਿਓ, ਇਸ ਮਨੁੱਖਾ ਜਨਮ ਨੂੰ ਸਤਿਗੁਰੂ ਜੀ ਹੁਕਮ ਕਰਦੇ ਹਨ, ਸਮਝੋ, ਸ਼ਿੰਗਾਰ ਕਰੋ, ਪਰ ਉਹਨਾਂ ਸ਼ਿੰਗਾਰਾਂ ਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਨਾ ਭੁੱਲੇ ਕਿ ਮਾਲਕ ਤੁਸਾਂ ਸਾਨੂੰ ਇਹ ਦੇ ਦਿੱਤੀ ਹੈ ਜਿਸ ਉੱਤੇ ਅਸੀਂ ਸ਼ਿੰਗਾਰ ਕਰ ਰਹੇ ਹਾਂ, ਸੋਹਣੇ ਸੋਹਣੇ ਕੱਪੜੇ ਹੰਢਾ ਰਹੇ ਹਾਂ। ਉਹ ਹੰਢਾਉਣੇ ਸੁੰਦਰ ਬਣ ਜਾਣਗੇ ਜੇ ਜਪਾਂਗੇ ਸਤਨਾਮ ਸ੍ਰੀ ਵਾਹਿਗੁਰੂ। ਅੱਗੋਂ ਮਾਇਆ ਇਕੱਤਰ ਕਰਨ ਵਾਸਤੇ ਫਰਮਾਇਆ ਹੈ, ਕਿਰਤ ਕਮਾਈ ਕਰਕੇ ਉਤਨੀ ਕਮਾਇਆ ਇਕੱਠੀ ਕਰੋ ਜਿਹਦੇ ਨਾਲ ਦਰਗਾਹ ਵਿੱਚ ਹਿਸਾਬ ਨਾ ਦੇਣੇ ਪੈਣ, ਸਾਹਿਬ ਲੇਖਾ ਮੰਗਸੀ। ਦਾਨ ਪੁੰਨ ਵੀ ਕਰੋ, ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ। ਕਈ ਵਾਰੀ ਸਾਰਾ ਧਨ ਉਂਝ ਹੀ ਰਹਿ ਜਾਂਦਾ ਹੈ, ਵਿੱਚੋਂ ਕਦੀ ਕੌਡੀ ਵੀ ਦਾਨ ਨਹੀਂ ਕੀਤੀ ਹੁੰਦੀ। ਮਾਇਆ ਵੀ ਕਹਿ ਦਿੰਦੀ ਹੈ, ਤੂੰ ਕਿਹੜਾ ਕਿਤੇ ਮੈਨੂੰ ਚੰਗੇ ਪਾਸੇ ਖਰਚ ਕੀਤਾ ਹੈ ਜੋ ਐਂਡ ਵੇਲੇ ਅੰਤ ਵੇਲੇ ਮੈਂ ਤੇਰੀ ਮਦਦ ਕਰਾਂ। ਅੱਗੋਂ ਕਾਮਣ ਇਸਤਰੀ ਦੀ ਸੇਜ ਸੋਨਾ ਚਾਂਦੀ ਪਹਿਨਿਆ ਤਾਂ ਭਲਾ ਹੈ ਜੇ ਪਤੀ ਉਸਦਾ ਉਸ ਨੂੰ ਮਿਲ ਜਾਵੇ। ਉਸੇ ਪ੍ਰਕਾਰ ਸੁੰਦਰ ਜਿਹੜੇ ਵੇਸ ਬੰਦਾ ਕਰਦਾ ਹੈ, ਉਹ ਵੇਸ ਤਾਂ ਸੋਹਣੇ ਲੱਗਦੇ ਹਨ ਜੇ ਟਰੂ ਹਸਬੈਂਡ ਅਕਾਲ ਪੁਰਖ ਵਾਹਿਗੁਰੂ ਜੀ ਹਿਰਦੇ ਰੂਪੀ ਸੇਜ ਤੇ ਆ ਜਾਣ। ਇਹ ਮਨ ਜਪਦਾ ਰਵੇ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਦਿਨ ਕਿਵੇਂ ਬੰਦਾ ਮਜ਼ਦੂਰੀ ਕਰਦਾ ਹੈ, ਉਸ ਪ੍ਰਕਾਰ ਜੇ ਘੜੀ ਨਾਮ ਵੀ ਜਪ ਲਵੇ ਤਾਂ ਜੀਵਨ ਸਫਲਾ ਹੋ ਜਾਂਦਾ ਹੈ। ਅਰਦਾਸ ਕਰਦਾ ਰਵੇ, ਜਦੋਂ ਕਿਰਪਾ ਹੋ ਜਾਂਦੀ ਹੈ ਫਿਰ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਾਧ ਸੰਗਤ ਵਿੱਚ ਜਾਣ ਲੱਗ ਪੈਂਦਾ ਹੈ, ਨਾਮ ਦਾ ਰਸ ਆਉਣ ਲੱਗ ਪੈਂਦਾ ਹੈ। ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ। ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਾਧ ਸੰਗਤ ਜੀ, ਕਈ ਭੁੱਲਾਂ ਹੋ ਗਈਆਂ ਹਨ, ਮੈਂ ਭੁੱਲਣਹਾਰ ਹਾਂ, ਮੈਨੂੰ ਬਖਸ਼ ਦਿਓ। ਅੱਗੇ ਤੋਂ ਸਤਿਗੁਰੂ ਜੀ ਸਮੱਤੀ ਬਖਸ਼ਿਸ਼ ਕਰੋ। ਸਾਧ ਸੰਗਤ ਕਿਰਪਾ ਕਰਨੀ, ਮੇਰੀਆਂ ਭੁੱਲਾਂ ਨਾ ਚਿਤਾਰਣੀਆਂ। ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ। ਇਹ ਗੁਰਬਾਣੀ 712 ਅੰਗ ਤੋਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਵਿੱਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।